ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚਾ ਖਾਲਸਾ ਪੰਥ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸ਼ਹੀਦ ਹੋਣ ਵਾਲੇ ਮਹਾਨ ਯੋਧਿਆਂ ਜਰਵਾਣਿਆਂ ਨੂੰ ਯਾਦ ਕਰ ਰਿਹਾ। ਜਿੱਥੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਕੀਤੇ ਜਾ ਰਹੇ ਨੇ ਤੇ ਹਜ਼ਾਰਾਂ ਸਿੱਖਾਂ ਦਾ ਉੱਥੇ ਇਕੱਠ ਹੈ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਇਸ ਨਗਰ ਗੋਦਰਪੁਰ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਸਮਾਗਮ ਕੀਤਾ ਜਾ ਰਿਹਾ ਹੈ। ਨਨਕਾਣਾ ਸਾਹਿਬ 20 ਸਿੱਖ ਜਥੇ ਨੇ ਜਾਣਾ ਸੀ ਉਥੋਂ ਦੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ, ਪਰ ਐਨ ਮੌਕੇ ਦੇ ਉੱਤੇ ਭਾਰਤ ਦੀ ਬੀਜੇਪੀ ਸਰਕਾਰ ਵੱਲੋਂ ਸਿੱਖ ਜਥੇ ਨੂੰ ਰੋਕ ਦਿੱਤਾ ਗਿਆ। ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੌਲਨਾਕ ਘਟਨਾਵਾਂ ਵਾਪਰੀਆਂ ਨੇ। ਸਭ ਤੋਂ ਪਹਿਲਾਂ ਜਿਹੜਾ ਮਹੰਤ ਨਨਕਾਣਾ ਸਾਹਿਬ ਦਾ ਵਿਚਾਰੀ ਹੋਇਆ ਉਹ ਸੀ ਮਹੰਤ ਸਾਧੂ ਰਾਮ। ਸਾਧੂ ਰਾਮ ਦੀ ਮੌਤ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਮਹੰਤ ਜਿਹੜਾ ਸੀ ਬਣਿਆ ਮਹੰਤ ਕ੍ਰਿਸ਼ਨ ਦਾਸ। ਮਹੰਤ ਕ੍ਰਿਸ਼ਨ ਦਾਸ ਇੱਕ ਐਸਾ ਦੁਰਾਚਾਰੀ ਮਹੰਤ ਸੀ ਜਿਨੇ ਆਪਣੇ ਭਤੀਜੇ ਰਲੀਆ ਰਾਮ ਦੇ ਵਿਆਹ ਦੇ ਉੱਤੇ 1911 ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਦਰਬਾਰ ਦੇ ਅੰਦਰ ਬੇਸਵਾਵਾਂ ਨਚਾਈਆਂ। ਅਸੀਂ ਮੱਸਾ ਰੰਗੜ ਨੂੰ ਯਾਦ ਕਰਦੇ ਹਾਂ, ਮੱਸਾ ਰੰਗੜ ਨੂੰ ਅਸੀਂ ਲਾਂਤਾਂ ਪਾਉਣੇ ਆ, ਪਰ ਨਨਕਾਣਾ ਸਾਹਿਬ ਦੇ ਮਹੰਤ ਕ੍ਰਿਸ਼ਨ ਦਾਸ ਨੇ ਆਪਣੇ ਭਤੀਜੇ ਦੇ ਵਿਆਹ ਦੇ ਮੌਕੇ ਦੇ ਉੱਤੇ ਲਾਹੌਰ ਤੋਂ ਬੇਸਵਾਵਾਂ ਮੰਗਵਾ ਕੇ ਨਨਕਾਣਾ ਸਾਹਿਬ ਦਰਬਾਰ ਦੇ ਅੰਦਰ ਨਾਚ ਨਚਵਾਇਆ। ਚੀਫ ਖਾਲਸਾ ਦੀਵਾਨ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਵਾਸਤੇ ਨਨਕਾਣਾ ਸਾਹਿਬ ਜਾਂਦਾ ਸੀ। ਉੱਥੇ ਦੀਵਾਨ ਲੱਗਦੇ ਸੀ, ਉੱਥੇ ਲੰਗਰ ਚੀਫ ਖਾਲਸਾ ਦੀਵਾਨ ਵੱਲੋਂ ਹੁੰਦੇ ਸੀ, ਉੱਥੇ ਅਮਰ ਸੰਚਾਰ ਹੁੰਦੇ ਸੀ। ਲੇਕਿਨ ਮਹੰਤ ਕ੍ਰਿਸ਼ਨ ਦਾਸ ਨੇ ਚੀਫ ਖਾਲਸਾ ਦੀਵਾਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ, ਉਹਨਾਂ ਦੇ ਤੰਬੂ ਪੱਟ ਦਿੱਤੇ, ਉਹਨਾਂ ਦੀਆਂ ਸਟੇਜਾਂ ਉਖਾੜ ਦਿੱਤੀਆਂ ਕਿ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੋਂ ਤੁਸੀਂ ਸਿੱਖੀ ਦੀ ਗੱਲ ਨਹੀਂ ਕਰ ਸਕਦੇ। ਦੁਰਾਚਾਰੀ ਕ੍ਰਿਸ਼ਨ ਦਾਸ ਮਹੰਤ ਦਾ ਜਦੋਂ ਅੰਤ ਹੋਇਆ ਤੇ ਉਦੋਂ ਬਾਅਦ ਫਿਰ ਨਰਾਇਣ ਦਾਸ ਜਿਹਨੂੰ ਅਸੀਂ ਨਰਾਇਣੂ ਕਹਿੰਦੇ ਆ, ਇਹ ਨਨਕਾਣਾ ਸਾਹਿਬ ਦਾ ਮਹੰਤ ਬਣਿਆ। ਤੇ ਇਹਦੇ ਮਹੰਤ ਹੁੰਦਿਆਂ 1917 ਦੇ ਵਿੱਚ ਇੱਕ ਵਾਰੀ ਫੇਰ ਨਨਕਾਣਾ ਸਾਹਿਬ ਦਰਬਾਰ ਦੇ ਅੰਦਰ ਲਾਹੌਰ ਦੀਆਂ ਬੇਸਵਾਵਾਂ ਦਾ ਨਾਚ ਹੋਇਆ। 1918 ਦੇ ਵਿੱਚ 6 ਬੀਬੀਆਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਗਈਆਂ ਸੀ, ਉਹਨਾਂ ਦੀ ਟ੍ਰੇਨ ਛੁੱਟ ਗਈ। ਵਾਪਸ ਉਹ ਨਨਕਾਣਾ ਸਾਹਿਬ ਗਈਆਂ ਤੇ ਰਾਤ ਰੁਕਣ ਵਾਸਤੇ ਉੱਥੇ ਠਹਿਰੀਆਂ ਤੇ ਉਹਨਾਂ 6 ਔਰਤਾਂ ਦੇ ਨਾਲ ਮਹੰਤ ਨਰੈਣੂ ਦੇ ਗੁੰਡਿਆਂ ਨੇ ਬਲਾਤਕਾਰ ਕੀਤਾ। ਫਿਰ 13 ਸਾਲ ਦੀ ਇੱਕ ਬੱਚੀ ਦੇ ਨਾਲ ਨਰੈਣੂ ਮਹੰਤ ਦੇ ਗੁੰਡਿਆਂ ਨੇ ਬਲਾਤਕਾਰ ਕੀਤਾ। ਇਹ ਸਾਰੀਆਂ ਹੌਲਨਾਕ ਘਟਨਾਵਾਂ ਦਾ ਜਦੋਂ ਉਸ ਵਕਤ ਦੇ ਸਿੱਖਾਂ ਨੂੰ ਪਤਾ ਲੱਗਿਆ ਤੇ ਉਹ ਸਿੱਖ ਜਿਹੜੇ ਸੀ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਨਰੈਣੂ ਮਹੰਤ ਤੋਂ ਆਜ਼ਾਦ ਕਰਾਉਣ ਵਾਸਤੇ ਤੁਰੇ ਤੇ 20 ਫਰਵਰੀ 10 ਫੱਗਣ 1921 ਨੂੰ ਇਹਨਾਂ ਨਿਹੱਥੇ ਸਿੰਘਾਂ ਦੇ ਉੱਤੇ ਮਹੰਤ ਦੇ ਗੁੰਡਿਆਂ ਨੇ ਜ਼ੋਰਦਾਰ ਹੱਲਾ ਬੋਲਿਆ ਔਰ ਸੈਂਕੜੇ ਸਿੱਖ ਜਿਹੜੇ ਸੀ ਉਹ ਅੱਜ ਦੇ ਦਿਨ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦੀਆਂ ਪਾ ਗਏ ਔਰ ਸਿੱਖਾਂ ਦੇ ਅੰਦਰ ਰੋਹ ਜਾਗਿਆ। 2200 ਗਿਣਤੀ ਦਾ ਜਥਾ ਜਥੇਦਾਰ ਕਰਤਾਰ ਸਿੰਘ ਦੀ ਝੱਬਰ ਦੀ ਅਗਵਾਈ ਦੇ ਵਿੱਚ ਨਨਕਾਣਾ ਸਾਹਿਬ ਨੂੰ ਤੁਰਿਆ ਤੇ ਨਨਕਾਣਾ ਸਾਹਿਬ ਦੇ ਬਾਹਰ ਅੰਗਰੇਜ਼ ਹਕੂਮਤ ਦੇ ਕਰਿੰਦਿਆਂ ਨੇ 2200 ਦੇ ਕਰੀਬ ਕਰਤਾਰ ਸਿੰਘ ਝੱਬਰ ਦੀ ਅਗਵਾਈ ਦੇ ਵਿੱਚ ਜਾ ਰਹੇ ਜਥੇ ਨੂੰ ਰੋਕ ਲਿਆ। ਜਿਵੇਂ ਅੱਜ ਭਾਰਤ ਸਰਕਾਰ ਵੱਲੋਂ ਜਥਾ ਰੋਕਿਆ ਗਿਆ ਨਾ ਨਨਕਾਣਾ ਸਾਹਿਬ ਜਾਣ ਤੋਂ, ਉਸ ਵੇਲੇ ਅੰਗਰੇਜ਼ਾਂ ਨੇ ਵੀ ਕਰਤਾਰ ਸਿੰਘ ਝੱਬਰ ਦੀ ਅਗਵਾਈ ਦੇ ਵਿੱਚ ਜਾ ਰਹੇ 2200 ਦੇ ਜਥੇ ਨੂੰ ਵੀ ਜਿਹੜਾ ਸੀ ਉਹ ਰੋਕ ਲਿਆ ਔਰ ਪੁੱਛਿਆ
कि तुसी सिख की चाहुंदे हो। ते जथेदार करतार सिंह झब्बर कहन लग्या, कहंदा ऐ अंग्रेज अधिकारियों, अंग्रेज अफसरों, असी तुहाडे तो कुछ भी नहीं चाहुंदे, तुसी दसो साडे तो की चाहुंदे हो, क्योंकि रस्ता तुसी साडा रोकिया। अज असी भारत सरकार नूं पुछना चाहुंदे हां, तुसी साडा जथा रोकिया, तुसी की चाहुंदे हो साडे तो। ते मैनूं पता लग्या कि भारत सरकार चाहुंदी है कि किसान अंदोलन दे विचों सिख वापस अपने घरां नूं आ जाण, पर यह कदे नहीं होना। किसान अंदोलन दे विच सिख अपना योगदान पाउंदे रहे है और पाउंदे रहणगे, चाहे हर साल जथे तुसी रोकी जाओ। गुरु अर्जन देव जी की शहादत का जथा रोक लो, तुसी गुरु नानक साहब जी के गुरपुरब के उत्ते जाण वाला जथा रोक लो, जिन्ने मर्जी जथे रोक लो, पर असी गल जिहड़ी है तुहाडी बिल्कुल भी नहीं मननी। उस वेले अंग्रेज़ां ने जथे नूं रोकिया सी, अज भारत सरकार ने जथे नूं रोकिया। साध संगत जी, शहीदां दा लहू, शहीदां दे सिर श्रोमणी गुरुद्वारा प्रबंधक कमेटी जो बनी है, इहदियां नीहां दे विच लगे हुए ने, ये गल चेते रखियो। अज हर ऐरा गैरा श्रोमणी गुरुद्वारा प्रबंधक कमेटी उपर उंगलां चुकदा है। श्रोमणी गुरुद्वारा प्रबंधक कमेटी नूं खत्म करन दीयां जिहड़ियां ओह गल्लां करदा है, ये खत्म नहीं होनी, क्योंकि इहदियां नीहां दे विच ननकाना साहिब दे शहीदां दे सिर लगे हुए है। ते जिहड़ी जथेबंदी दीयां नीहां दे विच ननकाना साहिब दे शहीदां दे सिर लगे होण, ओह जथेबंदी कदे खत्म नहीं हो सकदी। बंदे माड़े हो सकते हैं, मनुख माड़े हो सकते हैं, प्रबंधक माड़े हो सकते हैं, ग्रंथी माड़ा हो सकता है। यदा मतलब यह नहीं है कि असी गुरुद्वारा ढा दईए। प्रबंधक माड़ा यदा मतलब यह नहीं है कि असी गुरुद्वारा ढा दईए। जे श्रोमणी गुरुद्वारा प्रबंधक कमेटी दे विच प्रबंधक कोई माड़ा, तो यदा मतलब यह नहीं कि असी श्रोमणी गुरुद्वारा प्रबंधक कमेटी नूं खत्म कर दईए, क्योंकि खत्म करना श्रोमणी गुरुद्वारा प्रबंधक कमेटी नूं ये दिल्ली की सरकार की सोच हो सकती है, लेकिन किसी सिख की सोच नहीं हो सकती। ये गल हमेशा चेते रखियो। ननकाना साहब के शहीद साडे सरमाया ने। मैं जूम ऐप राही पाकिस्तान की संगत नूं भी संबोधन किया, जिहड़ी अज दे दिन उत्थे वड्डी गिनती दे विच ननकाना साहब की धरती दे उत्ते सजी हुई है। अज की हो रहा है? अज साध संगत जी, असी आपस दे विच लड़ रहे हैं, असी आपस दे विच एक दूसरे नूं गालां कढ रहे हैं। वह टकसाली है, वह मशीनरी है, वह ढंडरियां वाले दा चेला है, वह फलाने दा चेला है, वह फलाने दा चेला है। एक गल याद रखियो, जे असी इसे तरह लड़ते रहे तो वह दिन दूर नहीं जो साडी होंद नूं खतरा पैदा हो जाएगा। अज साडी होंद नूं खतरा पैदा हो गया, अज साडी होंद नूं खतरा पैदा हो गया। अज की कर रही है देश की वड्डी पार्टी, जिहड़ी सरकार बना के राज कर रही है, वो पोलराइजेशन की राजनीति खेड रही है। पहला मुसलमानों के खिलाफ, सिखां के खिलाफ बहु गिणती के मन के नफरत पैदा करो, फिर मुसलमानों को कुटो, सिखां को कुटो, तो बहु गिणती दी वोटां हासिल करो। अज ये राजनीति मुल्क दे विच चल रही है। ये राजनीति ना तो सरकार लई चंगी है, ना हिंदुस्तान दे लई चंगी है। ये वोटां दी गंदी पोलराइजेशन की जिहड़ी राजनीति है, ये हिंदुस्तान नूं बर्बाद करके रखेगी। अज साडे खिलाफ नफरत का प्रचार हो रहा है, घट गिणतियां के खिलाफ नफरत का प्रचार हो रहा है, तो फिर जो नफरत फैल गई, उदों फिर बहु गिणती दीयां वोटां हासिल करन दे लई सानूं कुटिया जाएगा, सानूं दबाया जाएगा और सानूं मारन का यतन किया जाएगा। पर एक गल चेते रखना, सिखां ने मरना कोई नहीं है, सिखां ने मरना कोई नहीं है दिल्लीए, क्योंकि औरंगजेब नहीं मार सकिया इनू। सिखां नूं औरंगजेब नहीं मार सकिया, सिखां नूं गोरा सरकार नहीं मार सकी। सिखां ने जदों मारिया आपसी फुट ने मारिया। अज जरूरत इस गल की है कि असी राजनीतिक तौर के उत्ते मजबूत होइए। 1947 तो बाद लगातार पंजाब दे विचों सानू राजनीतिक तौर पर खत्म करने के यतन हो रहे हैं, सानू धार्मिक तौर पर खत्म करने के यतन हो रहे हैं, सानू आर्थिक तौर पर खत्म करने के यतन हो रहे हैं और सानू समाजिक तौर के उत्ते भी खत्म करने के यतन हो रहे हैं। अज असी एक होइए। उस वक्त श्री अकाल तख्त साहब तो पंथ ने एक हुक्मनामा जारी किया 1921 नूं कि 5 अप्रैल नूं समुचा गुरु खालसा पंथ देशों विदेशों के विच जिथे बैठा है वो ननकाना साहब के शहीदों नूं याद करे। ननकाना साहब के शहीदों नूं याद करने वास्ते धार्मिक दीवान सजावे और सिर के उत्ते कालियां दस्तारां सजावे। उस वक्त रियासतां दे विचों इको रियासत नाभा
ਜਿਹਦਾ ਮਹਾਰਾਜਾ ਸੀ ਮਹਾਰਾਜਾ ਰਿਪਦਮਨ ਸਿੰਘ, ਉਹਨੇ ਖਾਲਸਾ ਪੰਥ ਦੇ ਹੁਕਮ ਨੂੰ ਮੰਨਦਿਆਂ ਗੁਰਦੁਆਰਾ ਘੋੜਿਆਂ ਵਾਲਾ ਨਾਭੇ ਦੇ ਵਿੱਚ 5 ਅਪ੍ਰੈਲ 1921 ਨੂੰ ਇੱਕ ਬਹੁਤ ਵੱਡਾ ਸਟੇਟ ਲੈਵਲ ਦਾ ਸਮਾਗਮ ਕੀਤਾ ਔਰ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਕਾਲੀਆਂ ਦਸਤਾਰਾਂ ਸਜਾਈਆਂ। ਬੀਬੀ ਜੀ ਬੈਠੇ ਨੇ, ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਨੇ ਵੀ 5 ਅਪ੍ਰੈਲ ਨੂੰ ਕਾਲੀ ਦਸਤਾਰ ਸਜਾਈ ਪੰਥ ਦਾ ਹੁਕਮ ਮੰਨਦਿਆਂ। ਮਹਾਰਾਜਾ ਰਿਪਦਮਨ ਸਿੰਘ ਨੇ ਕਾਲੀ ਦਸਤਾਰ ਸਜਾਈ ਕਿ ਅਸੀਂ ਸ਼ਹੀਦਾਂ ਨੂੰ ਨਮਨ ਕਰਦੇ ਹਾਂ ਔਰ ਅੰਗਰੇਜ਼ ਸਰਕਾਰ ਦੇ ਅਸੀਂ ਮੂੰਹ ਦੇ ਉੱਤੇ ਥੁੱਕਦੇ ਹਾਂ, ਕਿਉਂਕਿ ਅੰਗਰੇਜ਼ ਸਰਕਾਰ ਨੇ ਮਹੰਤਾਂ ਦਾ ਪੱਖ ਲਿਆ, ਮਹੰਤਾਂ ਦਾ ਪੱਖ ਪੂਰਿਆ। ਕੋਈ ਸਜ਼ਾ ਨਹੀਂ ਸੀ ਹੋਈ ਮਹੰਤ ਨੂੰ। ਮਹੰਤ ਤੇ ਮਹੰਤ ਦੇ ਸਾਰੇ ਗੁੰਡੇ ਜਿਹੜੇ ਆ ਅੰਗਰੇਜ਼ ਸਰਕਾਰ ਨੇ ਬਰੀ ਕੀਤੇ ਸੀ 2-2 4-4 5-5 ਸਾਲ ਬਾਅਦ। ਕਿਉਂ? ਕਿਉਂਕਿ ਅੰਗਰੇਜ਼ ਸਰਕਾਰ ਮਹੰਤਾਂ ਦੀ ਪਿੱਠ ਦੇ ਉੱਤੇ ਸੀ ਤੇ ਅੰਗਰੇਜ਼ ਸਰਕਾਰ ਦਾ ਵਿਰੋਧ ਕਰਨ ਦੇ ਲਈ 5 ਅਪ੍ਰੈਲ ਨੂੰ 1921 ਸਨ ਦੇ ਵਿੱਚ ਨਾਭੇ ਦੇ ਵਿੱਚ ਜਿਹੜਾ ਸਟੇਟ ਲੈਵਲ ਦਾ ਇਕੱਠ ਹੋਇਆ ਸੀ, ਬਹੁਤ ਵੱਡਾ ਇਕੱਠ। ਉਸ ਇਕੱਠ ਦੇ ਵਿੱਚ ਇੱਕ ਚਰਨ ਸਿੰਘ ਸ਼ਹੀਦ ਨੇ ਕਵਿਤਾ ਪੜ੍ਹੀ ਸੀ ਔਰ ਉਹ ਕਵਿਤਾ ਐਸੀ ਸੀ ਜਿਹਨੂੰ ਸੁਣ ਕੇ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਸੀ ਨਮ ਹੋ ਗਈਆਂ ਸੀ ਤੇ ਸਾਰੀ ਸੰਗਤ ਜਿਹੜੀ ਆ ਉਹ ਰੋਣ ਲੱਗ ਪਈ ਸੀ। ਉਸ ਕਵਿਤਾ ਦਾ ਜ਼ਿਕਰ ਉਸ ਸਮੇਂ ਉਸ ਇਕੱਠ ਦੇ ਵਿੱਚ ਮੌਜੂਦ ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਕੀਤਾ ਤੇ ਮੈਂ ਉਸ ਇਕੱਠ ਦੇ ਵਿੱਚ ਪੜ੍ਹੀ ਗਈ ਉਸ ਕਵਿਤਾ ਦੀਆਂ ਆਖਰੀਆਂ ਪੰਕਤੀਆਂ 2 ਜਿਹੜੀਆਂ ਪੜ੍ਹ ਕੇ ਮੈਂ ਸਮਾਪਤੀ ਕਰਨੀ ਹੈ। ਬੜਾ ਉਹਨੇ ਕਮਾਲ ਦਾ ਲਿਖਿਆ ਆਖਰ ਦੇ ਵਿੱਚ, ਕਹਿੰਦਾ ਖੁਦਗਰਜ਼ੀਆਂ ਹੱਠ ਵੈਰ ਲਾਲਚ ਸਿੱਖੋ ਭੱਠੀਆਂ ਚ ਪਾ ਦਿਓ। ਕੀ ਕਹਿੰਦਾ ਉਹ? ਕਹਿੰਦਾ ਖੁਦਗਰਜ਼ੀਆਂ ਹੱਠ ਵੈਰ ਲਾਲਚ ਸਿੱਖੋ ਭੱਠੀਆਂ ਚ ਪਾ ਦਿਓ, ਇਤਫਾਕ ਬਿਲਡਿੰਗ ਦੀ ਸ਼ਹੀਦੀ ਯਾਦਗਾਰ ਬਣਾ ਦਿਓ। ਔਰ ਜਿਹੜਾ ਭਾਰਤ ਸਰਕਾਰ ਨੇ ਜਥੇ ਨੂੰ ਇਸ ਵਾਰ ਰੋਕਿਆ, ਮੈਂ ਇੱਕ ਗੱਲੋਂ ਭਾਰਤ ਸਰਕਾਰ ਦਾ ਧੰਨਵਾਦ ਵੀ ਕਰਦਾ। ਕਿਉਂ? ਕਿਉਂਕਿ ਜਦੋਂ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਹੋਇਆ ਤੇ ਨਨਕਾਣਾ ਸਾਹਿਬ ਸ਼ਹੀਦੇ ਸਾਕੇ ਦੀ ਖਬਰ ਜਦੋਂ ਸਿੱਖਾਂ ਨੂੰ ਲੱਗੀ ਤੇ ਸਿੱਖਾਂ ਨੇ ਮਨ ਦੇ ਵਿੱਚ ਬਹੁਤ ਵੱਡਾ ਜਿਹੜਾ ਸੀ ਦੁੱਖ ਮਨਾਇਆ ਤੇ ਭਾਰਤ ਸਰਕਾਰ ਨੇ ਜਥਾ ਰੋਕ ਕੇ ਉਸੇ ਦੁੱਖ ਦਾ ਅਹਿਸਾਸ ਸਾਨੂੰ ਕਰਾਇਆ, ਉਸੇ ਦੁੱਖ ਦਾ ਜਿਹੜਾ ਅਨੁਭਵ ਸਾਨੂੰ ਕਰਾਇਆ। ਇਸ ਲਈ ਅਸੀਂ ਭਾਰਤ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ ਕਿ ਅੱਜ ਅਸੀਂ ਉਸ ਦੁੱਖ ਨੂੰ ਮਹਿਸੂਸ ਕੀਤਾ ਜਿਹੜਾ ਦੁੱਖ ਉਸ ਵੇਲੇ ਦੇ ਸਿੱਖਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਨੂੰ ਸੁਣ ਕੇ ਜਿਹੜਾ ਮਹਿਸੂਸ ਕੀਤਾ ਸੀ। ਕਿਉਂ? ਕਿਉਂਕਿ ਸਾਡਾ ਇੱਕ ਸਲੋਗਨ ਵੀ ਹੈ ਕਿ ਜਬੈ ਬਾਣ ਲਾਗਿਓ ਤਬੈ ਰੁਸ ਜਾਗਿਓ। ਅਸੀਂ ਹਰ ਸਾਲ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਾਂਗੇ। ਇਹ ਸਾਰਾ ਮਹੀਨਾ ਅੱਜ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਮਾਗਮ ਹੋ ਰਿਹਾ ਹੈ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨ ਵਾਸਤੇ ਆ ਰਹੇ ਨੇ। ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਸੀਂ ਐਲਾਨ ਕਰਾਂਗੇ ਕਿ ਇਹ ਦਿਹਾੜਾ ਜਿਹੜਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਇਹ ਅਸੀਂ ਮਨਾਵਾਂਗੇ ਔਰ ਨਰੈਣੂ ਮਹੰਤ ਦੀਆਂ ਕਰਤੂਤਾਂ ਦਾ ਜ਼ਿਕਰ ਕਰਾਂਗੇ ਤੇ ਆਉਣ ਵਾਲੇ 100 ਸਾਲ ਤੱਕ ਜਿੱਥੇ ਇਸ ਸਾਕੇ ਨੂੰ ਮਨਾਉਂਦਿਆਂ ਨਰੈਣੂ ਮਹੰਤ ਦੀਆਂ ਕਰਤੂਤਾਂ ਦਾ ਜ਼ਿਕਰ ਹੋਏਗਾ, ਉੱਥੇ ਭਾਰਤ ਸਰਕਾਰ ਦੀ ਇਸ ਕਰਤੂਤ ਦਾ ਵੀ ਜ਼ਿਕਰ ਹੋਏਗਾ ਕਿ ਇਹਨੇ ਨਨਕਾਣਾ ਸਾਹਿਬ ਜਾਣ ਵਾਲੇ ਨੂੰ ਜਥੇ ਨੂੰ ਰੋਕਿਆ ਔਰ ਸਾਡੀ 100 ਸਾਲਾ ਸ਼ਤਾਬਦੀ ਦੇ ਵਿੱਚ ਭਾਰਤ ਸਰਕਾਰ ਨੇ ਜਥਾ ਰੋਕ ਕੇ ਵਿਘਨ ਪਾਇਆ। ਮੈਂ ਇੰਨੇ ਸ਼ਬਦਾਂ ਦੇ ਨਾਲ ਇੱਕ ਮੈਂ ਗੱਲ ਬੀਬੀ ਜਗੀਰ ਕੌਰ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰੂੰਗਾ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਅੱਜ ਦੇ ਇਸ ਸ਼ਹੀਦੀ ਸਮਾਗਮਾਂ ਨੂੰ ਜਿਹੜਾ ਹੈ ਉਹ ਸਫਲ ਕੀਤਾ ਹੈ। ਆਪ ਸੰਗਤ ਦੀ ਸ਼ਮੂਲੀਅਤ ਜਿਹੜੀ ਹੈ ਉਹ ਦੱਸਦੀ ਹੈ ਕਿ ਸਾਡੇ ਸ਼ਹੀਦਾਂ ਦੇ ਪ੍ਰਤੀ ਸਾਡੇ ਮਨਾਂ ਦੇ ਵਿੱਚ ਕਿੰਨਾ ਤੜਪ ਹੈ, ਕਿੰਨੀ ਦਰਦ ਹੈ। ਇੰਨੇ ਸ਼ਬਦ ਕਹਿੰਦਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।